मैं हर दर्शन सुख होए, हमरी बेदन तू जानता साहा। आवर क्या जाने कोए, मेरे साहा। मैं हर दर्शन सुख होए, हमरी बेदन तू जानता साहा। आवर क्या जाना कोए, रहाओ साचा साहिब सच तू मेरे साहा। तेरा किया सच सब होए, झूठा किस को आखिए साहा। दूजा नाही कोए, सबना विच तू वरतदा साहा। सब तुझ है त्याव है दिन रात, सब तुझ ही थावो मंग दे मेरे साहा। तू सबना कर है एक दात, सब को तुझ ही विच है मेरे साहा। तुझ ते बाहर कोई ना है, सब जीव तेरे तू सब सदा मेरे साहा। सब तुझ ही माहे समाहे, सबना की तू आस है मेरे प्यारे। सब तुझ है त्याव है मेरे साह। ज्यों भावै त्यों रख तू मेरे प्यारे। सच नानक के पात साह, सबना की तू आस है मेरे प्यारे। सब तुझ है त्याव है मेरे साह। जो पावै त्यों रख तू मेरे प्यारे। सच नानक के पात साह। वाहिगुरु जी का खालसा, वाहिगुरु जी की फतेह। पतत पावन भगत वत्सल कृपा निधान, दसां पातशाहियां दी जोत, ज़ाहरा ज़हूर सर्ब कला भरपूर, साहिब श्री गुरु ग्रंथ साहिब जी महाराज, हाज़र नाज़र सतगुरु जी की पावन पवित्र हजूरी अंदर जुड़ बैठी गुरु रूप खालसा साध संगत जीओ। आओ बड़े प्रेम के नाल सोढ़ी सुल्तान निमाणिया दे मान धन गुरु रामदास साहब सच्चे पातशाह जी महाराज, जो वाहिगुरु परमेश्वर जी अगे बेनती करते ने, वाहिगुरु जी दे दर्शनां दी मंग करते ने। परमात्मा कुछ सज्जण कहते ने कि सिर्फ ज्ञान है, पर जे आपां गुरबाणी दी विचार गौह दे नाल करिए
ਤਾਂ ਪ੍ਰਮਾਤਮਾ ਜਿੱਥੇ ਗਿਆਨ ਵੀ ਹੈ, ਉੱਥੇ ਪ੍ਰਮਾਤਮਾ ਇੱਕ ਜਿਉਂਦੀ ਜਾਗਦੀ ਹਸਤੀ ਵੀ, ਜਿਹੜੀ ਸਭ ਕੁਝ ਸੁਣਦੀ ਹੈ, ਸਭ ਕੁਝ ਵੇਖਦੀ ਹੈ ਤੇ ਸਭ ਕੁਝ ਕਰਦੀ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਪਣੇ ਪਿਆਰੇ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਮੰਗ ਕਰਦੇ ਨੇ, ਔਰ ਬੜਾ ਸੁੰਦਰ ਸ਼ਬਦ ਵਰਤਦੇ ਨੇ, ਮੇਰੇ ਸਾਹ। ਸ਼ਾਹ ਦਾ ਅਰਥ ਗੁਰਮੁਖੀ ਵਿੱਚ, ਪੰਜਾਬੀ ਵਿੱਚ ਹੁੰਦਾ ਸ਼ਾਹੂਕਾਰ, ਤੇ ਫਾਰਸੀ ਦੇ ਵਿੱਚ ਸਾਹ ਦਾ ਅਰਥ ਹੁੰਦਾ ਪਾਤਸ਼ਾਹ, ਬਾਦਸ਼ਾਹਾਂ ਦਾ ਵੀ ਬਾਦਸ਼ਾਹ। ਆਪਾਂ ਸ੍ਰੀ ਜਾਪ ਸਾਹਿਬ ਜੀ ਦਾ ਪਾਠ ਕਰਦੇ ਹੋਏ ਪੜ੍ਹਦੇ ਹਾਂ ਕਿ ਸਾਹਨ ਸਾਹ ਹੈ, ਸਾਹਾਨ ਸਾਹਾਨ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਕਹਿਤ। ਜਿਵੇਂ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਨੇ, ਆਓ ਬੜੇ ਪ੍ਰੇਮ ਦੇ ਨਾਲ ਆਪ ਸੰਗਤ ਕਿਰਪਾ ਕਰੋ, ਇਸ ਸ਼ਬਦ ਦੀ ਵਿਆਖਿਆ ਕਰਨ ਦਾ ਦਾਸ ਯਤਨ ਕਰੇ, ਕਿਉਂ ਗੁਰਬਾਣੀ ਅਗਾਧ ਬੋਧ ਹੈ। ਕੋਈ ਵੀ ਸੱਜਣ ਦਾਵਾ ਨਹੀਂ ਕਰ ਸਕਦਾ ਕਿ ਇਹ ਜਿਹੜੇ ਅਰਥ ਨੇ ਇਹ ਅਖੀਰ ਹੈ। ਬਸ ਗੁਰਬਾਣੀ ਸਮੁੰਦਰ ਹੈ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਗੁਰਬਾਣੀ ਦੇ ਵਿੱਚ ਬੇਅੰਤੀ ਪਦਾਰਥ ਐਸੇ ਨੇ, ਜਦੋਂ ਕਿਤੇ ਗੁਰੂ ਦੀ ਕਿਰਪਾ ਦੇ ਨਾਲ ਸਮਝ ਵਿੱਚ ਪੈਂਦੇ ਨੇ ਨਾ, ਕੋਈ ਇੱਕ ਅੱਧਾ ਸ਼ਬਦ ਨਿਤਨੇਮ ਕਰਦਿਆਂ, ਬਾਣੀ ਪੜ੍ਹਦਿਆਂ ਤਾਂ ਹੈਰਾਨ ਹੋ ਜਾਈਦਾ ਹੈ ਵੀ ਅਸੀਂ ਕੀ ਕਰਦੇ ਹਾਂ ਤੇ ਗੁਰਬਾਣੀ ਕੀ ਕਹਿੰਦੀ। ਉਦਾਹਰਣ ਦੇ ਤੌਰ ਤੇ ਅਸੀਂ ਵਧਾਈ ਉਦੋਂ ਦਿੰਦੇ ਹਾਂ ਜਦੋਂ ਵਿਆਹ ਹੋਵੇ, ਜਾਂ ਫਿਰ ਅਸੀਂ ਵਧਾਈ ਉਦੋਂ ਦਿੰਦੇ ਹਾਂ ਜਦੋਂ ਕਿਸੇ ਦਾ ਜਨਮ ਦਿਨ ਹੋਵੇ। ਪਰ ਗੁਰਬਾਣੀ ਵਧਾਈ ਕਦੋਂ ਦਿੰਦੀ ਹੈ? ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ। ਗੁਰਬਾਣੀ ਦੀ ਵਧਾਈ ਬਿਲਕੁਲ ਨਵੇਕਲੀ ਜੀ ਹੈ। ਗੁਰਬਾਣੀ ਕਹਿੰਦੀ ਜੇ ਤੇ ਤੂੰ ਗੁਰੂ ਵਾਲਾ ਹੈ ਤਾਂ ਫੇਰ ਤੇ ਵਧਾਈ ਹੈ, ਨਹੀਂ ਤੇ ਜੰਮਣਾ ਵੀ ਵਿਅਰਥ ਹੈ, ਜ਼ਿੰਦਗੀ ਜਿਉਣੀ ਵੀ ਵਿਅਰਥ ਹੈ, ਤੇ ਮਨਮੁਖ ਦਾ ਤੇ ਮਰਨਾ ਵੀ ਵਿਅਰਥ ਹੀ ਹੈ, ਨਿਸਫਲ ਹੈ, ਕਿਸੇ ਕੰਮ ਨਹੀਂ। ਉਦਾਹਰਣ ਦੇ ਤੌਰ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਰਹਾਉ ਸ਼ਬਦ ਆਉਂਦਾ ਹੈ, ਜਾਪ ਸਾਹਿਬ ਦੀ ਬਾਣੀ 'ਚ ਰਹਾਉ ਸ਼ਬਦ ਨਹੀਂ ਆਵੇਗਾ। ਕਦੇ ਪੜ੍ਹਦਿਆਂ ਖਿਆਲ ਕੀਤਾ ਹੋਵੇਗਾ, ਇਹ ਰਹਾਉ ਨਹੀਂ ਹੈ। ਰਹਾਉ ਸ਼ਬਦ ਜਾਪ ਸਾਹਿਬ ਦੇ ਵਿੱਚ ਆਉਂਦਾ ਹੈ, ਪਰ ਉੱਥੇ ਸ਼ਬਦ ਆਉਂਦਾ ਕੇ, ਕੱਕੇ ਸਿਹਾਰੀ ਕੇ ਅਛਿਜ ਦੇਸੈ, ਕੇ ਅਭਿਜ ਭੇਸੈ। ਆਪਾਂ ਪੜ੍ਹਦੇ ਨਾ ਕਿ ਸ਼ਤਰੰਗ ਛਤਰੀ ਹੈ। ਰਹਾਉ ਦਾ ਅਰਥ ਕੀ ਹੁੰਦਾ? ਵੈਸੇ ਰਹਾਉ ਦੇ ਮਹਾਂਪੁਰਸ਼ਾਂ ਨੇ 52 ਅਰਥ ਕੀਤੇ ਨੇ। ਰਹਾਉ ਦਾ ਇੱਕ ਅਰਥ ਹੁੰਦਾ ਤਵੱਜੋ ਦੇਣਾ। ਅਰਥ ਤੇ ਕਈ ਨੇ, ਆਪ ਆਪਣੀ ਬੁੱਧ ਹੈ ਜੇਤੀ, ਬਰਨਦ ਭਿੰਨ ਭਿੰਨ ਤੋਹੇ ਤੇਤੀ। ਤਵੱਜੋ ਦੇਣਾ ਇੱਕ ਅਰਥ। ਜਾਪ ਸਾਹਿਬ ਦੇ ਵਿੱਚ ਜਿਹੜਾ ਕੱਕੇ ਸਿਹਾਰੀ ਕੇ ਆਉਂਦਾ ਨਾ, ਉਹ ਫਾਰਸੀ ਮੁਤਾਬਕ ਅਤਫ ਕਾਫ ਆ।
ਉਹਨੂੰ ਕਹਿੰਦੇ ਅਤਪ ਕਾਫ, ਜਿਹਦਾ ਅਰਥ ਹੁੰਦਾ ਤਵੱਜੋ ਦੇ, ਧਿਆਨ ਦੇ। ਉਹ ਪਰਮਾਤਮਾ ਅਛਿਜ ਦੇਸ, ਭਾਵ ਕਦੀ ਖਤਮ ਹੋਣ ਵਾਲਾ ਨਹੀਂ। ਇਸ ਗੱਲ ਨੂੰ ਧਿਆਨ ਦੇ, ਐਵੇਂ ਨਾ ਪੜ੍ਹ ਕੇ ਲੰਘੀ ਜਾ, ਧਿਆਨ ਦੇ। ਉਹ ਪਰਮਾਤਮਾ ਬ੍ਰਹਮ ਸਰੂਪ ਹੈ, ਭਾਵ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ। ਧਿਆਨ ਦੇ, ਐਵੇਂ ਹੀ ਉਤੋਂ ਪੜ੍ਹ ਕੇ ਲੰਘੀ ਜਾਂਦਾ, ਧਿਆਨ ਹੀ ਨਹੀਂ ਦਿੰਦਾ। ਉਹ ਪਰਮਾਤਮਾ ਰਾਜ਼ਕ ਰਹੀਮ ਹੈ, ਧਿਆਨ ਦੇ ਇਸ ਗੱਲ ਤੇ ਕਿ ਰੋਟੀ ਦੇਣ ਵਾਲਾ ਹੈ, ਰਹਿਮ ਕਰਨ ਵਾਲਾ ਹੈ, ਬੰਦ ਖਲਾਸੀ ਕਰਨ ਵਾਲਾ ਹੈ। ਸੋ ਆਓ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੇ ਇਸ ਪਵਿੱਤਰ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰੀਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹੇ ਮੇਰੇ ਪਾਤਸ਼ਾਹ, ਮੈਨੂੰ ਆਪ ਜੀ ਦੇ ਦਰਸ਼ਨਾਂ ਕਰਕੇ ਹੀ ਅਸਲੀ ਸੁਖ ਪ੍ਰਾਪਤ ਹੋਵੇਗਾ। ਸਦੀਵ ਆਨੰਦ ਦੀ ਪ੍ਰਾਪਤੀ ਹੋਵੇਗੀ, ਉਹ ਸੁਖ ਜਿਹੜਾ ਕਦੀ ਜਾਂਦਾ ਨਹੀਂ, ਕਦੀ ਮੁੱਕਦਾ ਨਹੀਂ, ਕਦੀ ਬਦਲਦਾ ਨਹੀਂ। ਦੁਨਿਆਵੀ ਸੁਖ ਜਿਹੜਾ ਹੈ ਉਹ ਸਮੇਂ ਦੇ ਨਾਲ ਬਦਲ ਜਾਂਦਾ ਹੈ, ਪਰ ਪਰਮਾਤਮਾ ਦਾ ਜਿਹੜਾ ਸੁਖ ਹੈ ਇਹ ਸਦੀਵੀ ਬਣਿਆ ਰਹਿੰਦਾ ਹੈ। ਇਸ ਕਰਕੇ ਮੈਨੂੰ ਆਪ ਜੀ ਦਰਸ਼ਨਾਂ ਦੀ ਦਾਤ ਦਿਓ, ਜਿਸ ਕਰਕੇ ਮੈਨੂੰ ਸਦੀਵੀ ਸੁਖ ਦੀ, ਆਨੰਦ ਦੀ ਦਾਤ ਪ੍ਰਾਪਤ ਹੋਵੇ। ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ। ਬੇਦਨ ਨਾਮ ਹੈ ਪੀੜਾ ਦਾ। ਮੇਰੇ ਦਰਦ ਨੂੰ ਇਹ ਵਾਹਿਗੁਰੂ, ਮੇਰੇ ਸੱਚੇ ਪਾਤਸ਼ਾਹ, ਮੇਰੇ ਸਾਹ ਆਪ ਹੀ ਜਾਣਦੇ ਆ। ਜਿਹੜਾ ਮੈਨੂੰ ਦਰਦ ਹੈ ਨਾ ਆਪ ਜੀ ਦੇ ਦਰਸ਼ਨਾਂ ਦਾ, ਆਪ ਜੀ ਦੇ ਬਿਰਹਾ ਦਾ, ਵਿਛੋੜੇ ਦਾ, ਇਹ ਸਿਰਫ ਆਪ ਹੀ ਜਾਣਦੇ, ਹੋਰ ਕੋਈ ਨਹੀਂ ਜਾਣਦਾ। ਗੁਰਬਾਣੀ ਨੇ ਨਾ ਜਿਹੜਾ ਬਿਰਹਾ ਹੈ ਇਹਨੂੰ ਜ਼ਿੰਦਗੀ ਦੀ ਨਿਸ਼ਾਨੀ ਮੰਨਿਆ। ਜਿਹੜੀ ਪੀੜਾ ਵਾ ਪ੍ਰੇਮ ਆ, ਇਹਨੂੰ ਜਿਉਂਦਿਆਂ ਦੀ ਨਿਸ਼ਾਨੀ ਮੰਨਿਆ। ਜਿਸ ਬੰਦੇ ਦੇ ਅੰਦਰ ਪੀੜਾ ਨਹੀਂ ਨਾ ਪੈਦਾ ਹੋਈ, ਤਰਸ ਨਹੀਂ ਪੈਦਾ ਹੋਇਆ, ਦਰਦ ਨਹੀਂ ਪੈਦਾ ਹੋਇਆ, ਬਿਰਹਾ ਨਹੀਂ ਪੈਦਾ ਹੋਇਆ, ਉਹਨੂੰ ਗੁਰਬਾਣੀ ਮਰਿਆਂ ਦੇ ਤੁੱਲ ਦੱਸਦੀ ਹੈ ਵੀ ਉਹ ਤੇ ਮਰੇ ਹੋਏ ਬੰਦੇ, ਉਹਨਾਂ ਨੂੰ ਤੁਸੀਂ ਜਿਉਂਦੇ ਨਾ ਸਮਝੋ। ਉਦਾਹਰਣ ਦੇ ਤੌਰ ਤੇ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ। ਉਹਨੂੰ ਤੁਸੀਂ ਮਰਿਆ ਹੋਇਆ ਸਰੀਰ ਸਮਝੋ। ਉੱਥੇ ਜ਼ਿੰਦਗੀ ਦੀ ਗੱਲ ਨਹੀਂ, ਜਿਵੇਂ ਮੜੀਆਂ ਦੇ ਵਿੱਚ ਜਾ ਕੇ ਜ਼ਿੰਦਗੀ ਖਤਮ ਹੋ ਜਾਂਦੀ ਹੈ, ਉਹ ਤੇ ਮੜੀਆਂ ਵਾਲਾ ਥਾਂ। ਜਿਸ ਹਿਰਦੇ 'ਚ ਵਾਹਿਗੁਰੂ ਦੀ ਤੜਫ ਨਹੀਂ, ਵਾਹਿਗੁਰੂ ਦਾ ਪ੍ਰੇਮ ਨਹੀਂ, ਜਾਂ ਕਿਸੇ ਦੇ ਪ੍ਰਤੀ ਵੀ ਤਰਸ ਨਹੀਂ, ਕਿਉਂ ਧਰਮ ਵੀ ਉੱਥੇ ਹੀ ਪੈਦਾ ਹੁੰਦਾ ਨਾ ਜਿੱਥੇ ਤਰਸ ਪੈਦਾ ਹੁੰਦਾ। ਧੌਲ ਧਰਮ ਦਇਆ ਕਾ ਪੂਤ, ਜਿੱਥੇ ਤਰਸ ਪੈਦਾ ਹੋਵੇ। ਅੱਜ ਕੱਲ੍ਹ ਨਾ ਇੱਕ ਸਵਾਲ ਬੜਾ ਚੱਲਦਾ ਹੈ ਵੀ ਸਭ ਕੁਝ ਜੇ ਪਰਮਾਤਮਾ ਨੇ ਬਣਾਇਆ ਵਾ ਤਾਂ ਚੋਰੀ ਕਿਹਨੇ ਬਣਾਈ ਹੈ, ਯਾਰੀ ਕਿਹਨੇ ਬਣਾਈ ਹੈ, ਅਤਿਆਚਾਰ ਕਿਹਨੇ ਬਣਾਏ, ਮਾੜੇ ਕਰਮ ਕਿਹਨੇ ਬਣਾਏ। ਮਾਫੀ ਮੰਗ ਕੇ ਕਵਾਂ, ਜਿਹੜਾ ਬਾਹਰ ਦੁਨੀਆ ਦੇ ਵਿੱਚ ਧੱਕਾ ਜ਼ੋਰੀ ਹੁੰਦੀ ਹੈ, ਗਰੀਬ ਨਾਲ ਧੱਕਾ ਹੁੰਦਾ ਹੈ, ਇਹ ਫਿਰ ਕਿਹਨੇ ਬਣਾਇਆ?
बुरियाई किने बनाई है? सौखा जिहा शब्द बुरियाई किने बनाई? धार्मिक बंदा फिर चुप कर जाता है, क्यों? मन बैठा है तो इस गल ते यकीन करता भी सब कुछ रब ने बनाया। क्यों आपां ये गल मानते हाँ भी करता पुरख सब कुछ करने वाला वो वाहिगुरु परमेश्वर ही है। आपे भांडे साजे न, हुण सारे भांडे उन्हें ही साजे ने, सारे शरीर उन्हें ही बनाए ने। धर्मी बंदे नूं कई बारी चुप होना पैंदा। दास ने एक साखी पढ़ी है, बड़ा प्रसिद्ध साइंटिस्ट होया आइनस्टाइन। वैसे ज़्यादातर जिहड़े साइंटिस्ट होए ने वो नास्तिक बिरती दे होए। आइनस्टाइन एक इदां दा साइंटिस्ट है जिहड़ा रब ते यकीन करने वाला सी। वो छोटा हुंदा जदों स्कूल जांदा तां उस समय नास्तिकता दा काफ़ी प्रभाव सी। उहदा जिहड़ा प्रोफैसर सी वो एक दिन क्लास दे विच आया, पाठशाला विच आण के विद्यार्थियों नूं कहिंदा कि सारी दुनिया किन्ने बनाई है? क्यों विद्वान बंदे, तीक्ष्ण बुद्धि वाले बंदे इहो जिहा सवाल करते हैं कि अगला बंदा फस जाता है। जिहड़े बन्ने भी जाओगे फसना पवेगा, कोई भी पक्ष ले लो। एक विद्यार्थी ने उठ के आख्या, जनाब या श्रीमान जी, सारा संसार, ईसाई सी विद्यार्थी ज्यादा, सारा संसार परमात्मा ने बनाया। प्रोफैसर ने वो बच्चा लिया फसा, उन्हें अगला सवाल करता, फिर बुराई किने बनाई? बच्चा चुप हो गया। क्यों? पहला मन चुकिया सब कुछ रब ने बनाया, सारा संसार परमेश्वर ने बनाया। उथे आइनस्टाइन बैठा सी, वो कहन लगा, श्रीमान जी मैनू हुक्म होवे तो मैं जवाब देवां? कहंदे जी दो। भी सारी दुनिया नहीं दे सकी, तू की देवेगा? बड़े बड़े विद्वान नहीं दे सके, बच्चा दूगा। वो कहन लगा, मेरा सवाल पहला है तो जवाब मैं तुहाडी गल दा बाद दूं। कहंदे कर। कहंदा जी तुसी कदी सर्दी देखी है? वो कहंदा ये किहड़ा बेतुका सवाल, तेनू कदी ठंड नहीं लगी, तू कदी बर्फ पैंदी नहीं देखी? कहंदा नहीं, फिजिक्स के मुताबिक, लॉ ऑफ साइंस के मुताबिक, भौतिक विज्ञान के मुताबिक तुसी जवाब दो। दुनियावी जवाब ना दो जिदा लोग गल्लां करते आ। इत्थे गल हो रही साइंस की, उदां जवाब दो भी तुसी सर्दी देखी है? वो कहंदा तू नहीं देखी? कहंदा नहीं। कहंदा सर्दी नाम की कोई चीज़ है ही नहीं है। विद्वाना ने गर्मी की अणहोंद नूं मापण वास्ते एक नाम दिता, वो की है? सर्दी। एसी चला दो, गर्मी उड़ जाएगी तो गर्मी की अणहोंद पैदा हो जाएगी तो सर्दी हाज़र। गर्मी की अणहोंद नूं मापण वास्ते एक नाम दिता सर्दी। सर्दी कोई स्वतंत्र पदार्थ नहीं है। साइंस मुताबिक गल करो, बाकी विषयों मुताबिक नहीं। प्रोफैसर ही लग्या थोड़ा जिहा भी बंदे की गल च दम है। दूसरा उन्हें सवाल किया विद्यार्थी ने, आइनस्टाइन ने, कहंदा तुसी कदी हनेरा वेख्या? कहंदा ये बेतुका ते मूर्खां वाला सवाल है। कहंदा नहीं जी, तुसी मेरी गल दा जवाब दो, तुसी हनेरा वेख्या कदी? कहंदा तू नहीं देखिया, तू किते रात घर चों बाहर नहीं आया? कहंदा नहीं, साइंस मुताबिक जवाब दो। कहंदा की कहना चाहना? कहंदा हनेरा नां दी चीज़ ही कोई नहीं। चानण दी अणहोंद नूं मापण वास्ते, चानण दी अणहोंद नूं सिद्ध करने वास्ते
ਵਿਦਵਾਨਾਂ ਨੇ ਇੱਕ ਨਾਮ ਘੜਿਆ, ਸਾਡੇ ਬਜ਼ੁਰਗਾਂ ਨੇ, ਦਾਨਿਆਂ ਨੇ, ਜਦੋਂ ਦੁਨੀਆ ਬਣੀ ਹੋਵੇਗੀ ਕੀ ਹਨੇਰਾ। ਇੱਕ ਮਾਚਿਸ ਦੀ ਤੀਲੀ ਬਾਲ ਤੇਰਾ ਹਨੇਰਾ ਲੱਭਣਾ ਹੀ ਨਹੀਂ। ਫਿਰ ਮੈਨੂੰ ਸਿੱਧ ਕਰਕੇ ਦਿਖਾਈ ਕਿੱਥੇ ਗਿਆ ਤੇਰਾ ਹਨੇਰਾ। ਚਾਨਣ ਦੀ ਅਣਹੋਂਦ ਹਨੇਰਾ ਵਾ। ਕਹਿੰਦਾ ਹੁਣ ਮੈਂ ਤੇਰੀ ਗੱਲ ਤੇ ਆਉਣਾ ਵਾ। ਦੇਖੋ ਉਹਨੇ ਸਿੱਧਾ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਹੁਣ ਮੈਨੂੰ ਦੱਸ ਬੁਰਿਆਈ ਹੈ। ਕਹਿੰਦਾ ਤੂੰ ਕਹਿਣਾ ਕੀ ਚਾਹੁੰਦਾ? ਪ੍ਰੋਫੈਸਰ ਹਿੱਲ ਗਿਆ ਨਾ ਫਿਰ। ਕਹਿੰਦਾ ਤੂੰ ਕਹਿਣਾ ਕੀ ਚਾਹੁੰਦਾ? ਕਹਿੰਦਾ ਪ੍ਰੋਫੈਸਰ ਸਾਹਿਬ ਪਰਮੇਸ਼ਰ ਦੀ ਅਣਹੋਂਦ ਦੀ ਬੁਰਿਆਈ ਆ। ਬੁਰਿਆਈ ਨਾਮ ਦਾ ਸੁਤੰਤਰ ਪਦਾਰਥ ਨਹੀਂ ਹੈ। ਜਿਸ ਹਿਰਦੇ 'ਚ ਤੜਫ ਨਹੀਂ, ਜਿਸ ਹਿਰਦੇ 'ਚ ਪ੍ਰੇਮ ਨਹੀਂ, ਜਿਸ ਹਿਰਦੇ 'ਚ ਪ੍ਰਭੂ ਨਹੀਂ, ਉੱਥੇ ਬੁਰਿਆਈ ਹੈ। ਨਹੀਂ ਤੇ ਬੁਰਿਆਈ ਨਾਮ ਦਾ ਕੋਈ ਸੁਤੰਤਰ ਪਦਾਰਥ ਨਹੀਂ। ਗੁਰਬਾਣੀ ਮੁਤਾਬਕ ਜਿਸ ਹਿਰਦੇ 'ਚ ਪ੍ਰੇਮ ਨਹੀਂ ਨਾ, ਸ਼ਰਧਾ ਨਹੀਂ, ਵਿਸ਼ਵਾਸ ਨਹੀਂ, ਤੜਫ ਨਹੀਂ, ਗੁਰਬਾਣੀ ਕਹਿੰਦੀ ਹੈ ਵੀ ਇਹ ਲਾਸ਼ ਕਿੱਥੋਂ ਲੈ ਆਇਆ ਚੁੱਕ ਕੇ, ਇਹ ਮੁਰਦਾ ਕਿੱਥੋਂ ਲਿਆ ਕੇ ਬਿਠਾ ਦਿੱਤਾ ਜਿਹਦੇ ਅੰਦਰ ਰੱਬ ਦਾ ਪ੍ਰੇਮ ਹੀ ਨਹੀਂ ਜਾਗਿਆ ਅਜੇ ਤੱਕ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਵਾਹਿਗੁਰੂ ਦੀ ਤੜਫ ਪੈਦਾ ਹੋਣੀ ਚਾਹੀਦੀ ਹੈ, ਤਰਸ ਪੈਦਾ ਹੋਣਾ ਚਾਹੀਦਾ ਦੁਨੀਆ ਵਾਸਤੇ, ਸੰਸਾਰ ਵਾਸਤੇ। ਵਿਸ਼ੇ ਦੇ ਵਿੱਚ ਚੱਲਦਿਆਂ ਇਹ ਗੱਲ ਆ ਗਈ, ਮੈਂ ਕਿਹਾ ਸਮਾਂ ਚੰਗਾ ਹੈ ਵਿਆਖਿਆ ਹੋ ਜੇ ਤੇ ਜਵਾਬ ਦਿੱਤਾ ਜਾਵੇ ਤੇ ਚੰਗੀ ਗੱਲ ਹੈ। ਮੇਰੀ ਤੜਫ ਨੂੰ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਜਾਣਦੇ। ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਦ। ਵਿਛੋੜਾ ਸੁਣਦਿਆਂ ਹੀ ਮੇਰੀਆਂ ਧਾਹਾਂ ਨਿਕਲਦੀਆਂ। ਵਾਹਿਗੁਰੂ ਜੀ ਦੇ ਦਰਸ਼ਨ ਤੋਂ ਬਿਨਾ ਮੇਰੀ ਮੌਤ ਹੈ। ਜਾਂ ਫਿਰ ਗੁਰਬਾਣੀ ਇੱਕ ਜਗ੍ਹਾ ਬੜਾ ਸੁੰਦਰ ਪ੍ਰਮਾਣ ਦਿੰਦੀ ਹੈ ਵੀ ਜਿਹੜਾ ਰੱਬ ਦਾ ਵਿਛੋੜਾ ਹੈ ਇਹ ਜੰਬੂਰਾਂ ਦੀ ਨਿਆਈ ਦੁੱਖ ਦਿੰਦਾ ਹੈ। ਜਿਵੇਂ ਕਿਸੇ ਦੇ ਸਰੀਰ ਨੂੰ ਜੰਬੂਰਾਂ ਦੇ ਨਾਲ ਤੋੜਿਆ ਜਾਵੇ, ਖਿੱਚਿਆ ਜਾਵੇ, ਇਸ ਪ੍ਰਕਾਰ ਕਹਿੰਦੇ ਦੁੱਖ ਦਿੰਦਾ ਹੈ। ਲਾਗੀ ਹੋਏ ਸੋ ਜਾਣੈ ਪੀਰ RAM ਭਗਤ ਅਣਿਆਲੇ ਤੀਰ। ਆਪਾਂ ਰੋਜ਼ ਸੁਣਦੇ ਹਾਂ ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੇ ਚਰੀ। ਤਾਂ ਮੇਰੀ ਬੇਦਨ ਪੀੜਾ ਨੂੰ हे ਪ੍ਰਭੂ ਆਪ ਹੀ ਜਾਣਦੇ ਹੋ, ਹੋਰ ਕੋਈ ਨਹੀਂ ਜਾਣ ਸਕਦਾ ਇਸ ਪੀੜਾ ਨੂੰ। ਰਹਾਉ ਤਾਂ ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। हे ਵਾਹਿਗੁਰੂ ਜੀ, ਆਪ ਪਿੱਛੇ ਵੀ ਸੱਚ ਸੀ, ਅਧਿਸ਼ਠਾਨ ਰੂਪ ਦੇ ਵਿੱਚ, ਆਸਰਾ ਰੂਪ ਦੇ ਵਿੱਚ। ਹੁਣ ਵੀ ਤੁਸੀਂ ਗਿਆਤ ਰੂਪ ਦੇ ਵਿੱਚ ਸੱਚ, ਭਵਿੱਖ ਵਿੱਚ ਤੁਸੀਂ ਸਿਧਾਂਤ ਰੂਪ ਦੇ ਵਿੱਚ ਸੱਚ ਹੋਗੇ। ਭਾਵ ਤਿੰਨਾਂ ਕਾਲਾਂ ਦੇ ਵਿੱਚ ਆਪ ਹੀ ਸੱਚ ਰਹੋਗੇ। ਜਾਂ ਫਿਰ हे ਸੱਚੇ ਸਾਹਿਬ ਆਪ ਨਿਸ਼ਚੈ ਕਰਕੇ ਸੱਚ ਹੋ, ਤੇ ਜੋ ਤੁਸੀਂ ਕਰਦੇ ਹੋ ਨਾ ਉਹ ਨਿਸ਼ਚੈ ਕਰਕੇ ਹੋਵੇਗਾ। ਬਿਓ ਪੂਛ ਨਾ ਮਸਲਤ ਧਰੇ, ਜੋ ਕਿਛ ਕਰੇ ਸੋ ਆਪੇ ਕਰੇ। ਤੂੰ ਕਰਤਾ ਸਚਿਆਰ ਮੈਡਾ ਸਾਈ। ਜੋ ਆਪ ਜੀ ਕਰਦੇ ਹੋ ਉਹ ਵੀ ਸਭ ਸੱਚ ਹੈ। ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀ ਕੋਏ। ਹੁਣ ਜਦੋਂ ਹਰ ਜਗ੍ਹਾ ਤੇ ਗੁਰਸਿੱਖਾਂ ਦੀ ਨਿਗਾਹ 'ਚ, ਬ੍ਰਹਮ ਗਿਆਨੀਆਂ ਦੀ ਨਿਗਾਹ 'ਚ ਆਪ ਹੀ ਬੈਠੇ ਹੋ। ਸਭੈ ਘਟ RAM ਬੋਲੇ, ਰਾਮਾ ਬੋਲੇ, RAM ਬਿਨਾ ਕੋ ਬੋਲੇ ਰੇ। ਜਾਂ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿਤਰ ਵਿਚਿਤਰ ਵਿਮੋਹਿਤ ਬਿਰਲਾ ਬੂਝੈ ਕੋਈ।
ਗੁਰਬਾਣੀ ਮੁਤਾਬਕ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਦ੍ਰਿਸ਼ਟਾਂਤ ਬੜੇ ਸੁੰਦਰ ਨੇ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਬੋਧ ਪ੍ਰਭ ਸੋਏ। ਅੱਗੇ ਮਹਾਰਾਜ ਜੀ ਦੱਸਣਗੇ ਗੁਰਬਾਣੀ ਮੁਤਾਬਕ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਨਹੀਂ। ਇਹ ਗੁਰਸਿੱਖ ਦੀ ਅਵਸਥਾ ਹੈ। ਇੱਕ ਸਟੇਜ ਇਸ ਤਰ੍ਹਾਂ ਦੀ ਆਉਂਦੀ ਜਦੋਂ ਰੱਬ ਤੋਂ ਬਿਨਾਂ ਹੋਰ ਕੁਝ ਵੀ ਨਹੀਂ, ਤੇ ਰੱਬ ਦਾ ਕੀਤਾ ਸਭ ਕੁਝ ਸੱਚ ਹੈ। ਆਪਾਂ ਪੜ੍ਹਦੇ ਹਾਂ ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਜਾਂ ਆਪਾਂ ਬੜੇ ਪ੍ਰੇਮ ਦੇ ਨਾਲ ਇਹ ਵੀ ਗੱਲ ਪੜ੍ਹਦੇ ਹਾਂ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਸ਼। ਕਲਗੀਧਰ ਦਾ ਇੱਕ ਬਚਨ ਬੜਾ ਸੋਹਣਾ ਸੁੰਦਰ ਆਉਂਦਾ ਕਿ ਜਗਤੰ ਕ੍ਰਿਤੀ ਹੈ, ਜਿਸ ਨੇ ਸਾਰੀ ਦੁਨੀਆ ਨੂੰ ਕੀਤਾ ਵਾ, ਸਾਰੀ ਦੁਨੀਆ ਨੂੰ ਬਣਾਇਆ। ਹੁਣ ਜਦੋਂ ਰੱਬ ਦਾ ਬਣਾਇਆ ਸਭ ਕੁਝ ਸੱਚਾ ਹੈ, ਤਾਂ ਫਿਰ ਇੱਕ ਸਵਾਲ ਉੱਠਦਾ ਹੈ, ਨਰਕ ਸਵਰਗ ਝੂਠੇ ਨੇ? ਇੱਕ ਸਵਾਲ ਹੈ, ਜਦੋਂ ਰੱਬ ਦਾ ਬਣਾਇਆ ਸਭ ਕੁਝ ਸੱਚਾ ਹੈ, ਫਿਰ ਸੱਚੇ ਤੇਰੇ ਲੋ। ਦੋ ਤਰ੍ਹਾਂ ਦੀ ਦੁਨੀਆ ਮੰਨੀ ਗਈ ਨਾ, ਖਾਕ ਨੂਰ ਕਰਦਮ ਆਲਮ ਦੁਨੀਆਏ। ਇੱਕ ਖਾਕੀ ਸ੍ਰਿਸ਼ਟੀ, ਇੱਕ ਨੂਰੀ ਸ੍ਰਿਸ਼ਟੀ। ਇੱਕ ਤੇ ਮਿੱਟੀ ਦੇ ਸਰੀਰਾਂ ਦੀ ਸ੍ਰਿਸ਼ਟੀ ਜਿਹੜੀ ਸਾਡੀ ਹੈ, ਇੱਕ ਨੂਰ ਹੀ ਨੂਰ ਆ, ਜਿੱਥੇ ਤਿੱਥੇ ਲੋ ਲੋ ਆਕਾਰ। ਤਾਂ ਜਦੋਂ ਰੱਬ ਦਾ ਬਣਾਇਆ ਸਭ ਕੁਝ ਸੱਚਾ ਹੈ, ਤੇ ਜੇ ਮੇਰੇ ਵਰਗਾ ਕੋਈ ਸਵਾਲ ਕਰਦੇ ਤੇ ਫਿਰ ਲੜਾਈ ਆ ਨਾ, ਨਰਕ ਸਵਰਗ ਕਿਦਾਂ ਝੂਠੇ ਹੋ ਗਏ। ਕਿਸੇ ਸੱਜਣ ਨੇ ਸਵਾਲ ਕੀਤਾ, ਮਹਾਂਪੁਰਸ਼ੋ ਨਰਕ ਸਵਰਗ ਝੂਠੇ ਆ ਕਿ ਸੱਚੇ? ਵੀ ਕਈ ਸੱਜਣ ਕਹਿੰਦੇ ਨੇ ਵੀ ਨਹੀਂ, ਤੇ ਗੁਰਬਾਣੀ ਦੇ ਪ੍ਰਮਾਣ ਵੀ ਦਿੰਦੇ ਆ। ਅੱਗਿਓਂ ਮਹਾਤਮਾ ਨੇ ਜਵਾਬ ਦਿੱਤਾ, ਤੁਸੀਂ ਸਹਿਜ ਪਾਠ ਕੀਤਾ? ਕਹਿੰਦੇ ਜੀ ਕੀਤਾ। ਕਰਦੇ ਹੋ? ਕਹਿੰਦੇ ਕਰਦੇ ਹੋ। ਕਹਿੰਦੇ ਫਿਰ ਗੁਰਬਾਣੀ ਤੇ ਬੜੀਆਂ ਤੁਕਾਂ ਆਉਂਦੀਆਂ ਇਦਾਂ ਦੀਆਂ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵੜਾ। ਇਹ ਤੋਂ ਅੱਗੇ ਹੁਕਮ ਕੀਏ, ਮਨ ਭਾਵਦੇ ਰਾਹੇ ਭੀੜੇ ਅੱਗੇ ਜਾਵਣਾ। ਉਹ ਕਿਹੜਾ ਰਾਹ ਵਾ ਬਈ? ਇੱਥੇ ਤੇ ਸੜਕਾਂ ਬੜੀਆਂ ਖੁੱਲੀਆਂ ਕਰਤੀਆਂ ਸਰਕਾਰ ਨੇ, ਰਾਹੇ ਭੀੜੇ ਅੱਗੇ ਜਾਵਣਾ ਉਹ ਕਿਹੜਾ ਰਾਹ ਵਾ? ਅੱਛਾ, ਇੱਥੇ ਤੇ ਸਾਰਿਆਂ ਕੱਪੜੇ ਪਾਏ, ਨੰਗਾ ਦੋਜਗ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਉਹ ਕਿਹੜੀ ਸਟੇਜ ਹੈ? ਉਹ ਕਿਹੜਾ ਦੇਸ਼ ਹੈ? ਅੱਛਾ, ਫੇਰ ਮਹਾਰਾਜ ਜੀ ਕਹਿੰਦੇ ਨੇ ਵੀ ਅਜ਼ਰਾਈਲ ਫਰੇਸ਼ਤਾ ਤਿਲ ਪੀੜਿਆ ਕਹਾਣੀ, ਇਹ ਵੀ ਆਉਂਦਾ ਹੈ। ਇੱਕ ਉਹ ਅੱਗਿਓਂ ਸੱਜਣ ਕਹਿੰਦਾ ਜੀ ਨਹੀਂ, ਵਿਦਵਾਨ ਕਹਿੰਦੇ ਭਿਆਨਕ ਰਾਸ ਆ। ਜਿਵੇਂ ਨਿਆਣੇ ਨੂੰ ਡਰਾਈਦਾ ਨਾ, ਬਾਹਰ ਨਾ ਜਾਈ, ਮਿਆਉਂ ਖਾ ਜਾਊਗਾ ਤੈਨੂੰ, ਬਾਹਰ ਨਾ ਜਾਈ, ਹਾਊ ਆ ਜਾਊਗਾ। ਉਹ ਹਾਊ ਕੋਈ ਬਲਾ ਨਹੀਂ ਹੁੰਦੀ, ਉਹ ਸਿਰਫ ਇੱਕ ਨਿਆਣੇ ਨੂੰ ਡਰਾਉਣਾ ਹੁੰਦਾ ਵੀ ਉਹਦਾ ਨੁਕਸਾਨ ਨਾ ਹੋਵੇ, ਸੱਟ ਨਾ ਮਰਾ ਲੇ। ਤਾਂ ਜੀ ਭਿਆਨਕ ਰਸ ਆ। ਤੇ ਦੂਸਰੇ ਬੰਨੇ ਜਿਹੜਾ ਸਵਰਗ ਆ, ਇਹ ਲੋਭ ਰਸ ਆ। ਮੈਨੇ ਕੋਈ ਲਾਲਚ ਦੇ ਕੇ ਚੰਗੇ ਕੰਮ ਚਲਾਉਣਾ, ਵੀ ਜੇ ਤੂੰ ਐਰਕੀ ਫਸਟ ਆਇਆ ਕਲਾਸ 'ਚੋਂ ਤੇ ਮੈਂ ਤੈਨੂੰ ਆਹ ਚੀਜ਼ ਲੈ ਕੇ ਦਊਂਗਾ। ਜਿਵੇਂ ਧੰਨ ਬਾਬਾ ਫਰੀਦ ਸਾਹਿਬ ਦੇ ਮਾਤਾ ਜੀ, ਜੇ ਤੂੰ ਨਮਾਜ਼ ਪੜ੍ਹੇਗਾ ਤੇ ਮੈਂ ਤੈਨੂੰ ਸ਼ੱਕਰ ਦਊਂਗੀ। ਵਿਦਵਾਨ ਤਾਂ ਜੀ ਇਹ ਕਹਿੰਦੇ ਨੇ। ਉਹ ਮਹਾਤਮਾ ਕਹਿਣ ਲੱਗੇ ਵੀ ਇਹੋ ਜਿਹੇ ਵਿਦਵਾਨ ਕਰਨੀ ਤੋਂ ਫੋਕੇ, ਕਮਾਈ ਤੋਂ ਫੋਕੇ, ਇਹਨਾਂ ਤੇ ਸਾਰੀ ਦੁਨੀਆ ਕਰਾਈ ਪਾ ਛੱਡੀ। ਵੀ ਗੁਰਬਾਣੀ ਤੇ ਇਹ ਗੱਲ ਕਹਿੰਦੀ ਆ ਵੀ ਗੁਰੂ ਸਾਹਿਬ ਝੂਠ ਨਹੀਂ ਕਹਿੰਦੇ, ਜੇ ਗੁਰਬਾਣੀ ਦੀ ਗੱਲ ਕਰੋ ਤੇ ਜੇ ਤੁਸੀਂ ਆਪਣੀ ਮਨ ਦੀ ਮਤ ਦੀ ਕਰਨੀ, ਉਹ ਮੁਬਾਰਕ ਤੁਹਾਨੂੰ। ਗੁਰਬਾਣੀ ਕੀ ਕਹਿੰਦੇ? ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ। ਸੰਤ ਤੇ ਉਹ ਬੋਲਦੇ ਨੇ ਜੋ ਅੱਖੀਂ ਵੇਖਿਆ ਹੋਵੇ, ਸੋ ਬੋਲੇ ਜੋ ਪੇਖੇ ਆਖੀ। ਫਿਰ ਇਹਦਾ ਅਰਥ ਕੀ ਕਰਾਂਗੇ ਵੀ ਸੰਤਾਂ ਨੇ ਅੱਖਾਂ ਮੀਚ ਕੇ ਹੀ ਮਹਾਰਾਜ ਨੇ ਕਹਿ ਦਿੱਤਾ? ਹਾਂ, ਪਰ ਇੱਕ ਗੱਲ ਮੰਨਣ ਵਾਲੀ ਉਹ ਕੀ, ਵੀ ਜਿਹੜਾ ਗੁਰਮੁਖ ਆ ਉਹ ਨਰਕ ਸਵਰਗ ਦੇ ਰਾਹ ਨਹੀਂ ਪੈਂਦਾ। ਇਹ ਸਿਧਾਂਤ ਗੁਰਮਤਿ ਨੇ ਮੰਨਿਆ। ਕਵਨ ਨਰਕ
ਕਿਆ ਸੁਰਗ ਵਿਚਾਰਾ ਸੰਤਨ ਦੋ ਰਾਤੇ। ਪਰ ਇਹ ਕਦੋਂ ਹੁੰਦਾ ਵਾ? ਜਦੋਂ ਅਬ ਤੋਂ ਜਾਏ ਚੜੇ ਸਿੰਘਾਸਣ। ਅਗਲੀਆਂ ਪੰਕਤੀਆਂ ਵੀ ਪੜੋ ਨਾ। ਅਬ ਤੋਂ ਜਾਏ ਚੜੇ ਸਿੰਘਾਸਣ, ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੇ। ਇਹ ਕਦੋਂ ਹੁੰਦਾ ਵਾ? ਜਦੋਂ ਗੁਰੂ ਕਾ ਸਿੱਖ ਨਾਮ ਦੀ ਕਮਾਈ ਕਰਦਾ ਹੈ। ਇਹ ਕਦੋਂ ਹੁੰਦਾ ਹੈ? ਇਹ ਗੁਰਬਾਣੀ ਦੱਸਦੀ ਹੈ ਵੀ ਚਿੱਤਰ ਗੁਪਤ ਸਭ ਲਿਖਤੇ ਲਿਖਾ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਨੂੰ ਤੇ ਨਿਗਾਹ ਪਾ ਕੇ ਵੀ ਨਹੀਂ ਵੇਖ ਸਕਦੇ ਹਨ। ਤਾਂ ਜਦੋਂ ਵਾਹਿਗੁਰੂ ਜੀ ਦਾ ਬਣਾਇਆ ਸਭ ਕੁਝ ਸੱਚਾ ਹੈ, ਤਾਂ ਫੇਰ ਗੁਰਬਾਣੀ ਕਹਿੰਦੀ ਹੈ ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ। ਤਾਂ ਵਾਹਿਗੁਰੂ ਜੀ ਦੀ ਉਹ ਭਾਵੇਂ ਸੂਖਮ ਸ੍ਰਿਸ਼ਟੀ ਹੈ, ਉਹ ਭਾਵੇਂ ਸਥੂਲ ਸ੍ਰਿਸ਼ਟੀ ਹੈ, ਜਦੋਂ ਰੱਬ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਆ, ਪਰਮੇਸ਼ਰ ਵੱਲ ਵੇਖੀਏ ਤਾਂ ਸਭ ਸੱਚਾ ਹੈ। ਤਾਂ ਮਹਾਰਾਜ ਜੀ ਕਹਿੰਦੇ ਝੂਠਾ ਕਿਸ ਕੋ ਆਖੀਏ ਸਾਹਾ। ਇਹ ਵਾਹਿਗੁਰੂ ਜਦੋਂ ਤੇਰੇ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ, ਦੂਜਾ ਨਾ ਹੀ ਕੋਈ, ਤਾਂ ਕਿਸ ਨੂੰ ਅਸੀਂ ਝੂਠਾ ਕਹੀਏ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੇ ਧਿਆਵਹਿ ਦਿਨ ਰਾਤ। ਇਹ ਮੇਰੇ ਪ੍ਰਭੂ ਆਤਮ ਸਰੂਪ ਜੋਤ ਸਰੂਪ ਹੋ ਕੇ ਤੂੰ ਸਾਰਿਆਂ 'ਚ ਵਰਤਦਾ ਹੈ। ਜਿਵੇਂ ਕੋਈ ਸ਼ੀਸ਼ ਮਹਿਲ 'ਚ ਚਲੇ ਜਾਵੇ ਜਿੱਥੇ ਸ਼ੀਸ਼ੇ ਹੀ ਸ਼ੀਸ਼ੇ, ਉੱਥੇ ਕਿੰਨੇ ਪਰਛਾਵੇਂ ਸ਼ੀਸ਼ੇ ਦਿਖਣਗੇ। ਇਸੇ ਤਰ੍ਹਾਂ ਵਾਹਿਗੁਰੂ ਇੱਕ ਹੈ, ਜਿੰਨੇ ਸਰੀਰ ਨੇ ਸਾਰਿਆਂ ਵਿੱਚ ਉਹਦਾ ਪਰਛਾਵਾਂ ਹੈ, ਉਹਦੀ ਜੋਤ ਹੈ, ਉਹਦਾ ਇੱਕ ਨਿੱਕਾ ਹਿੱਸਾ ਆਤਮਾ ਸਾਰਿਆਂ ਦੇ ਵਿੱਚ ਵਰਤਦੀ ਪਈ ਹੈ। ਸਭ ਤੁਝੇ ਧਿਆਵਹਿ ਦਿਨ ਰਾਤ। ਔਰ ਸਾਰੇ ਸੱਚੇ ਪਾਤਸ਼ਾਹ ਤੈਨੂੰ ਹੀ ਧਿਆਉਂਦੇ ਹਨ। ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰਹਿ ਇੱਕ ਦਾਤ। ਸਾਰੇ ਤੇਰੇ ਪਾਸੋਂ ਹੀ ਮੰਗਦੇ ਨੇ, ਹੇ ਮੇਰੇ ਸਾਹਾ, ਹੇ ਮੇਰੇ ਪਾਤਸ਼ਾਹ ਜੀ। ਤੇ ਆਪ ਸਭਨਾਂ ਨੂੰ ਇੱਕ ਪ੍ਰਭੂ ਜੀ ਤੁਸੀਂ ਹੀ ਦਾਤ ਦੇਣ ਵਾਲੇ ਹੋ, ਤੁਸੀਂ ਹੀ ਕਿਰਪਾ ਕਰਨ ਵਾਲੇ ਹੋ, ਤੁਸੀਂ ਹੀ ਦਾਤਾਂ ਦੇਣ ਵਾਲੇ ਹੋ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਣਾ। ਗੁਰਬਾਣੀ ਤੇ ਇੱਥੋਂ ਤੱਕ ਕਹਿੰਦੀ ਹੈ ਕਿ ਮੰਗਣ ਲੱਗਿਆਂ ਬੜੇ ਸਾਵਧਾਨ ਰਹਿਣਾ ਹੈ। ਇਹ ਨਾ ਹੋਵੇ ਕਿਤੇ ਬਾਦਸ਼ਾਹ ਪਾਸੋਂ ਤੂੜੀ ਦੀਆਂ ਪੰਡਾਂ ਹੀ ਮੰਗ ਲਓ। ਕੋਈ ਬਾਦਸ਼ਾਹ ਪਾਸੋਂ ਤੂੜੀ ਦੀਆਂ ਪੰਡਾਂ ਮੰਗੇ ਤੇ ਇਹ ਬਾਦਸ਼ਾਹ ਦੀ ਹਾਨੀ ਆ। ਇਹ ਏਡਾ ਵੱਡਾ ਪਾਤਸ਼ਾਹ ਸੀ, ਜੇ ਮੰਗਣ ਆਇਆ ਤੇ ਮੰਗਣ ਦੀ ਜਾਂਚ ਨਹੀਂ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਬਹੁਤੇ ਮੰਗਣ ਵਾਲੇ ਤੇ ਮੰਗ ਹੀ ਗਲਤ ਮੰਗ ਲੈਂਦੇ ਨੇ। ਮੰਮਾ ਮੰਗਣ ਹਾਰ ਇਆਨਾ, ਦੇਵਨ ਹਾਰ ਦੇ ਰਹਿਓ ਸਜਾਨਾ। ਮੰਗਣਾ ਕੀ ਹੈ? ਤਾਂ ਗੁਰਬਾਣੀ ਇਹ ਵੀ ਸਮਝਾਉਂਦੀ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ। ਇਹ ਸੱਚੇ ਪਾਤਸ਼ਾਹ ਆਪ ਹੀ ਇੱਕ ਹਰ ਤਰ੍ਹਾਂ ਦੀ ਦਾਤ ਆਪਣੇ ਪਿਆਰਿਆਂ ਨੂੰ ਦੇਣ ਵਾਲੇ ਹੋ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੀ। ਇਹ ਸਾਰਾ ਸੰਸਾਰ ਇਹ ਮੇਰੇ ਪਾਤਸ਼ਾਹ ਜੀ ਸਭ ਤੇਰੇ ਅਧੀਨ ਹੈ, ਸਭ ਤੇਰੇ ਹੁਕਮ ਦੇ ਥੱਲੇ ਹੈ, ਸਭ ਤੇਰੇ ਵਿੱਚ ਹੀ ਹੈ, ਤੇ ਤੇਰੇ ਤੋਂ ਬਾਹਰ ਕੁਝ ਵੀ ਨਹੀਂ। ਧਾਰਮਿਕ ਗ੍ਰੰਥਾਂ ਵਿੱਚ ਇੱਕ ਗੱਲ ਬੜੀ ਸੁੰਦਰ ਲਿਖੀ ਹੋਈ ਹੈ। ਪਰਮਾਤਮਾ ਨੂੰ ਪੁੱਛਿਆ ਗਿਆ ਵੀ ਇਹ ਦੁਨੀਆ ਕੀ ਹੈ। ਇੱਕ ਤਾਂ ਨਾ ਕਿਸੇ ਸੱਜਣ ਨੂੰ ਪੁੱਛਿਆ, ਉਹ ਗੱਲ ਹੋਰ ਹੋ ਜਾਂਦੀ। ਪਰਮਾਤਮਾ ਦੇ ਸਵਾਲਾਂ ਜਵਾਬਾਂ 'ਚ ਪੁੱਛਿਆ ਗਿਆ ਦੁਨੀਆ ਕੀ ਹੈ, ਤਾਂ ਕਿ ਉਹ ਗ੍ਰੰਥਕਾਰ ਲਿਖਦਾ ਮੱਤਾ ਪਰਤਰਮ ਨਾ ਅਨਿਯਦ ਕਿੰਚਿਤ ਅਸਤੀ। ਪਰਮਾਤਮਾ ਕਹਿੰਦਾ ਮੇਰੇ ਤੋਂ ਬਿਨਾ ਦੁਨੀਆ ਕੁਝ ਵੀ ਨਹੀਂ।
ਮੱਤਾ ਪਾਰਤਰਮ ਨਾ ਅਨਿਯਤ ਕਿੰਚਿਤ ਅਸਤੀ। ਭਾਵ ਜਿਹੜਾ ਸੰਸਾਰ ਆ ਇਹ ਮੇਰਾ ਰੂਪ ਹੈ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਇਸ ਕਰਕੇ हे ਸੱਚੇ ਪਾਤਸ਼ਾਹ, ਇਹ ਦੁਨੀਆ ਤੇਰੇ ਤੋਂ ਬਾਹਰ ਨਹੀਂ, ਤੇਰੇ ਤੋਂ ਬਾਹਰ ਕੁਝ ਵੀ ਨਹੀਂ, ਜੋ ਤੂੰ ਚਾਹੇ ਕਰ ਸਕਦਾ ਹੈ। ਆਪ ਹੈਰਾਨ ਹੋਵੋਗੇ, ਜਿਹੜੀ ਧਾਰਮਿਕ ਗ੍ਰੰਥਾਂ ਦੀ ਫਿਲਾਸਫੀ ਉਹ ਕਹਿੰਦੀ ਰੱਬ ਤੋਂ ਬਿਨਾ ਕੁਝ ਨਹੀਂ। ਇਹ ਜਿੰਨੀ ਦੁਨੀਆ ਇਹ ਰੱਬ ਦੇ ਬੱਚੇ ਨੇ, ਏਕ ਪਿਤਾ ਏਕ ਸਕੇ ਹਮ ਬਾਰਕ। ਜਦੋਂ ਅਸੀਂ ਕਿਸੇ ਬੰਦੇ ਨੂੰ ਸੁੱਖ ਦਿੰਨੇ ਆ ਤਾਂ ਉਹ ਕਿਹਨੂੰ ਗਿਆ? ਫਿਰ ਪਰਮਾਤਮਾ। ਜਦੋਂ ਅਸੀਂ ਕਿਸੇ ਦੀ ਸੇਵਾ ਕਰਦੇ ਹਾਂ ਉਹ ਕਿਹਦੀ ਹੋਈ? ਫਿਰ ਪਿੱਛੇ ਕੌਣ ਹੈ? ਪਰਮਾਤਮਾ ਦੀ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਆਪ ਹੈਰਾਨ ਹੋਵੋਗੇ, ਜਦੋਂ ਅਸੀਂ ਕਿਸੇ ਨੂੰ ਦੁੱਖ ਦਿੰਨੇ ਉਹ ਕਿਹਨੂੰ ਮਿਲਿਆ? ਫਿਰ ਤੁਸੀਂ ਸਮਝਦੇ ਕਿਸੇ ਬੰਦੇ ਨੂੰ, ਪਿੱਛੇ ਕੌਣ ਆ ਉਹਦੇ? ਉਪਾਧੀ ਛੱਡਣੀ ਪਊਗੀ, ਭਾਵ ਜੋ ਸਾਹਮਣੇ ਦੀਂਦਾ ਹੈ ਉਹ ਛੱਡਣਾ ਪਊਗਾ, ਜਿਹੜੀ ਪਿੱਛੇ ਜੋਤ ਹੈ ਉਹ ਦੇਖਣੀ ਪਵੇ। ਇਸ ਕਰਕੇ ਧਾਰਮਿਕ ਗ੍ਰੰਥ ਤਾਂ ਇਥੋਂ ਤੱਕ ਕਹਿੰਦੇ ਨੇ, ਯੇਨ ਕਿੰਚਿਤ ਭੂਤਮ ਪ੍ਰਣਮੇਤ ਅਨੰਨਿਆ। ਇਹ ਸਾਰੀ ਦੁਨੀਆ ਰੱਬ ਦਾ ਰੂਪ ਸਮਝ ਕੇ ਨਾ ਹੱਥ ਜੋੜ ਕੇ ਨਮਸਕਾਰ ਕਰ। ਇਹ ਸਾਰਾ ਸੰਸਾਰ ਹੀ ਉਹਦਾ ਰੂਪ ਹੈ। ਮੇਰੇ ਮਨ 'ਚ ਸਵਾਲ ਪੈਦਾ ਹੋਇਆ, ਇਹ ਗੱਲ ਠੀਕ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਸ਼੍ਰੋਮਣੀ ਤੇ ਕੋਈ ਵੀ ਨਹੀਂ, ਸਾਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਨੇ। ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਸਾਹਮਣੇ ਆਉਂਦੀਆਂ ਨੇ, ਔਰ ਧਾਰੇ ਜੋ ਅੰਤਰ ਨਾਮ, ਅੱਗੇ ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੇ, ਨਾਨਕ ਉਹ ਅਪਰਸ ਸਗਲ ਨਿਸਤਾਰ। ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਆਉਂਦੀਆਂ ਨੇ, ਮਨ ਤੇ ਬਿਨਸੈ ਸਗਲਾ ਭਰਮ। ਫਿਰ ਉਹਦੀ ਅਵਸਥਾ ਕੀ ਬਣ ਜਾਂਦੀ? ਕਰ ਪੂਜੈ ਸਗਲ ਪਾਰ ਬ੍ਰਹਮ। ਉਹ ਫਿਰ ਹਰ ਜਗ੍ਹਾ ਪਰਮੇਸ਼ਰ ਨੂੰ ਹੀ ਦੇਖਣ ਲੱਗ ਪੈਂਦਾ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ, ਤੂੰ ਦਰਿਆਓ ਸਭ ਤੁਝ ਹੀ ਮਾਹੇ। ਜਿਵੇਂ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਦੇ ਵਿੱਚ ਹੀ ਨੇ ਤੇ ਸਮੁੰਦਰ ਦਾ ਰੂਪ ਹੀ ਨੇ, ਸਮੁੰਦਰ ਤੋਂ ਬਾਹਰ ਨਹੀਂ। ਇਸੇ ਤਰ੍ਹਾਂ ਸੰਸਾਰ ਜੋ ਵੀ ਹੈ, ਘੜੇ ਮਿੱਟੀ ਤੋਂ ਬਣਿਆ, ਜਿਹੜਾ ਘੜਾ ਮਿੱਟੀ ਦਾ ਰੂਪ ਹੈ। ਪਰਮਾਤਮਾ ਤੋਂ ਬਣਿਆ ਸੰਸਾਰ ਪਰਮਾਤਮਾ ਦਾ ਰੂਪ। ਬ੍ਰਹਮ ਗਿਆਨੀਆਂ ਦੀ ਨਿਗਾਹ ਦੇ ਵਿੱਚ ਇਹ ਮੰਨਿਆ ਜਾਂਦਾ ਹੈ। ਸਭ ਜੀਉ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ। ਇਹ ਸਾਰੇ ਜੀਵ ਤੇਰੇ ਨੇ, हे ਮੇਰੇ ਸੱਚੇ ਪਾਤਸ਼ਾਹ, ਤੇ ਆਪ ਸਭਨਾਂ ਦੇ ਹੀ ਹੋ, ਕਿਸੇ ਨਾਲ ਕੋਈ ਵਿਤਕਰਾ ਨਹੀਂ। ਹਾਂ, ਬਸ ਜਿਹੜਾ ਸਿਮਰਨ ਕਰੇਗਾ ਉਹਦੀ ਤੁਸੀਂ ਮਦਦ ਕਰਦੇ। ਭਾਈ ਮੱਖਣ ਸ਼ਾਹ ਲਬਾਣੇ ਦਾ ਪ੍ਰਸੰਗ ਆਉਂਦਾ, ਬਹੁਤ ਸੁੰਦਰ। ਉੱਥੇ ਕਵੀ ਜੀ ਲਿਖਦੇ ਨੇ ਕਿ ਮਹਾਰਾਜ ਜੀ ਜਿਨਨੇ ਸਿਮਰਨ ਕੀਤਾ ਉਹਦੀ ਸਹਾਇਤਾ, ਬਸ ਦੂਜੇ ਦੀ ਨਹੀਂ। ਉਦਾਹਰਣ ਪਤਾ ਕੀ ਦਿੱਤੀ? ਸਿਰਫ ਦ੍ਰੋਪਦੀ ਦੀ ਸਹਾਇਤਾ, ਉਹਦੇ 5 ਘਰ ਵਾਲਿਆਂ ਦੀ ਨਹੀਂ, ਪਾਂਡਵਾਂ ਦੀ ਨਹੀਂ। ਜੂਆ ਖੇਡਿਆ ਵਾ, ਧੱਕੇ ਖਾਓ, ਕਰਮ ਕੀਤਾ ਆਪੇ ਵੱਢੋ, ਫਲ ਭੋਗੋ। ਕਿਹਨੇ ਕਿਹਾ ਸੀ ਖੇਡਣ? ਉਹਨਾਂ 5 ਨੇ ਸਿਮਰਨ ਨਹੀਂ ਕੀਤਾ ਉਹਦਾ, ਸਿਰਫ ਦ੍ਰੋਪਦੀ ਨੇ ਕੀਤਾ। ਤੇ ਉਹਨੇ ਫਿਰ ਲਾਜ ਵੀ ਦ੍ਰੋਪਦੀ ਦੀ ਰੱਖੀ, ਬਾਕੀਆਂ ਨੇ ਭਾਵੇਂ 14 ਸਾਲ ਧੱਕੇ ਖਾਦੇ, ਆਪੇ ਬੀਜਿਆ ਹੈ ਤੇ ਆਪੇ ਵੱਢੋ। ਭਾਈ ਮੱਖਣ ਸ਼ਾਹ ਜੀ ਕਹਿੰਦੇ ਨੇ, ਤੂੰ ਸਹਾਇਤਾ ਉਹਦੀ ਕਰਦਾ ਜਿਹੜੇ ਤੇਰਾ ਸਿਮਰਨ ਕਰਦੇ। ਇਸ ਕਰਕੇ हे ਮੇਰੇ ਮਾਲਕ, ਹੈ ਤਾਂ ਤੂੰ ਸਭਨਾਂ ਦਾ, ਸਭ ਤੇਰੇ, ਪਰ ਸਹਾਇਤਾ ਉਹਨਾਂ ਦੀ ਕਰਦਾ ਹੈ ਜਿਹੜੇ ਸਿਮਰਨ ਵਿੱਚ ਜੁੜਦੇ ਨੇ। ਸਭ ਤੁਝ ਹੀ ਮਾਹੇ ਸਮਾਹੇ। ਤੇ ਸਿਮਰਨ ਦੀ ਬਰਕਤ ਦੇ ਨਾਲ ਇੱਕ ਦਿਨ ਉਹ ਫਿਰ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵਹਿ ਮੇਰੇ ਸਾਹ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਮੇਰੇ ਪਾਤਸ਼ਾਹ, ਤੂੰ ਸਭਨਾਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਇਹ ਮੇਰੇ ਪਿਆਰੇ,
ਤੇ ਸਾਰੇ ਤੈਨੂੰ ਹੀ ਧਿਆਉਂਦੇ ਨੇ। ਹੇ ਮੇਰੇ ਪਾਤਸ਼ਾਹ ਜੀ, ਜਿਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਜਿੱਦਾਂ ਆਪ ਜੀ ਨੂੰ ਚੰਗਾ ਲੱਗੇ ਉਵੇਂ ਮੈਨੂੰ ਰੱਖ ਲਓ। ਮੇਰੇ ਔਗੁਣਾਂ ਨੂੰ ਮਾਫ ਕਰੋ, ਮੇਰੇ ਗੁਨਾਹਾਂ ਨੂੰ ਬਖਸ਼ੋ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਣ ਪ੍ਰਭ ਆਏ। RAM ਰਾਜੇ ਹਮ ਭੂਲ ਵਿਗਾੜੇ ਦਿਨ ਸਰਾਤ, ਹਰ ਲਾਜ ਰਖਾਏ। ਇਹ ਸੱਚੇ ਪਾਤਸ਼ਾਹ ਜੀ, ਇਹ ਆਪ ਕਿਰਪਾ ਕਰੋ। ਭੁੱਲਣ ਅੰਦਰ ਸਭ ਕੋ ਅਭੁੱਲ, ਗੁਰੂ ਕਰਤਾਰ ਦੇ ਮਹਾਵਾਕਾਂ ਅਨੁਸਾਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ। ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਅੱਗੇ ਵਾਸਤੇ ਸਮੱਤ ਬਖਸ਼ਣੀ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਹੈੱਡ ਗ੍ਰੰਥੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਦਮਦਮੇ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਧੰਨਵਾਦ। ਆਓ ਇੱਥੇ ਹੀ ਕਥਾ ਵਿਚਾਰ ਦੀ ਸਮਾਪਤੀ ਕਰੀਏ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਤੇ ਆਵਹਿ ਮੇਰੇ ਸਾਹ। ਜਿਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ